ਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਅੰਤਰ ਗਿਆਨ ਨ ਆਇਓ, ਜਿਤ ਕਿਛ ਸੋਝੀ ਪਾਏ। ਵਿਨ ਡਿਠਾ ਕਿਹਾ ਸਲਾਹੀਐ, ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ, ਨਾਮ ਵਸੇ ਮਨ ਆਏ। ਅੰਤਰ ਗਿਆਨ ਨ ਆਇਓ, ਜਿਤ ਕਿਛ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੋਹਣੇ ਸੁੰਦਰ ਦੀਵਾਨ ਸਜੇ ਹੋਏ ਨੇ। ਆਪ ਸੰਗਤ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ, ਉਸ ਤੋਂ ਪਹਿਲਾਂ ਗੁਰਬਾਣੀ ਦੇ ਨਿਤਨੇਮ ਸਰਵਣ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਦੀਆਂ ਇਹਨਾਂ ਘੜੀਆਂ ਨੂੰ, ਸਮੇਂ ਨੂੰ ਸਫਲਾ ਬਣਾਇਆ। ਇਸ ਵੇਲੇ ਆਪਾਂ ਸਤਿਗੁਰਾਂ ਦੀ ਲੜੀਵਾਰ ਜੋ ਗੁਰਬਾਣੀ ਦੀ ਵਿਚਾਰ ਹੈ, ਇਸ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਪਵਿੱਤਰ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸ੍ਰੀ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਜੋ ਸ਼ਬਦ ਹੈ ਸਾਨੂੰ ਬਖਸ਼ਿਸ਼ ਕਰ ਰਹੇ। ਅੱਜ ਦਾ ਇਹ ਸ਼ਬਦ 646 ਅੰਗ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਤੋਂ ਪਹਿਲਾ ਸ਼ਬਦ ਮਹਾਰਾਜ ਨੇ 645 ਅੰਗ ਦੇ ਉੱਪਰ ਬਖਸ਼ਿਸ਼ ਕੀਤਾ ਸੀ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਇਹ ਅੱਜ ਦਾ ਸ਼ਬਦ ਮਹਾਰਾਜ ਜੀ 46 ਅੰਗ ਦੇ ਉੱਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅੰਤਰ ਗਿਆਨ ਨ ਆਇਓ, ਜਿਤ ਕਿਛ ਸੋਝੀ ਪਾਏ। ਬਖਸ਼ਿਸ਼ ਕਰਦੇ ਇਸ ਜੀਵ ਨੇ ਆਪਣੇ ਅੰਤਰ, ਆਪਣੇ ਹਿਰਦੇ ਵਿੱਚ ਗਿਆਨ ਪ੍ਰਾਪਤ ਨਹੀਂ ਕੀਤਾ।
ਗਿਆਨ ਮਿਲਣਾ ਗੁਰੂ ਕੋਲੋਂ, ਨਾ ਗੁਰੂ ਪ੍ਰਾਪਤ ਕੀਤਾ, ਨਾ ਗੁਰੂ ਦੇ ਬਚਨ ਦੀ ਕਮਾਈ ਕੀਤੀ, ਨਾ ਗੁਰਬਾਣੀ ਨੂੰ ਪੜ੍ਹਿਆ, ਨਾ ਗੁਰਬਾਣੀ ਦੇ ਗਿਆਨ ਨੂੰ ਪ੍ਰਾਪਤ ਕੀਤਾ। ਅੰਤਰ ਗਿਆਨ ਨਾ ਆਇਓ, ਇਹਦੇ ਮਨ ਵਿੱਚ ਕੋਈ ਗਿਆਨ ਨਹੀਂ ਹੈ, ਕੋਈ ਸਮਝ ਨਹੀਂ ਹੈ। ਪਸ਼ੂ ਵਾਲੀ ਬਿਰਤੀ ਹੈ, ਪਸ਼ੂ ਵਾਲਾ ਜੀਵਨ ਹੈ। ਜਿਵੇਂ ਪਸ਼ੂ ਆਉਂਦਾ ਦੁਨੀਆ ਦੇ ਵਿੱਚ, ਤੇ ਮਹਾਰਾਜ ਕਿਸੇ ਵਿਦਵਾਨ ਨੇ ਬੜੇ ਸੋਹਣੇ ਬਚਨ ਲਿਖ ਦਿੱਤੇ। ਕਹਿਣ ਲੱਗੇ ਕਿ ਇਹ ਜੋ ਪਸ਼ੂ ਹੈ ਇਹ ਵੀ ਮਨੁੱਖ ਦੇ ਵਾਂਗ, ਜਿਸ ਤਰ੍ਹਾਂ ਮਨੁੱਖ ਭੋਜਨ ਖਾਂਦਾ ਹੈ, ਪਸ਼ੂ ਕਹਿ ਲਈਏ ਚਾਰਾ ਖਾ ਲੈਂਦਾ ਹੈ। ਜਿਸ ਤਰ੍ਹਾਂ ਮਨੁੱਖ ਸੌ ਜਾਂਦਾ ਹੈ, ਪਸ਼ੂ ਵੀ ਭੋਜਨ ਖਾਣ ਤੋਂ ਮਗਰੋਂ ਸੌ ਜਾਂਦਾ ਹੈ। ਮਨੁੱਖ ਸੰਤਾਨ ਪੈਦਾ ਕਰਦਾ, ਪਸ਼ੂ ਵੀ ਕਰ ਦਿੰਦਾ ਹੈ। ਪਰ ਜੇ ਨਹੀਂ ਹੈ ਤੇ ਪਸ਼ੂ ਦੇ ਕੋਲ ਗਿਆਨ ਨਹੀਂ ਹੈ। ਮਨੁੱਖ ਨੂੰ ਗਿਆਨ ਉਹ ਦਿੰਦਾ, ਪਸ਼ੂ ਨੂੰ ਗਿਆਨ ਨਹੀਂ ਹੁੰਦਾ। ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਸੋ ਜੇ ਗਿਆਨ ਹੈ ਤੇ ਇਹ ਮਨੁੱਖ ਵਿੱਚ ਇੱਕ ਵੱਡਾ ਗੁਣ ਹੈ, ਫਿਰ ਇਹ ਪਸ਼ੂ ਨਾਲੋਂ ਚੰਗਾ ਹੈ, ਫਿਰ ਇਨਸਾਨ ਹੈ। ਪਰ ਜੇ ਗਿਆਨ ਕੋਲ ਨਹੀਂ ਹੈ, ਫਿਰ ਇਹ ਇਨਸਾਨ ਹੁੰਦਿਆਂ ਹੋਇਆਂ ਵੀ ਪਸ਼ੂ ਹੈ। ਬਚਨ ਕਰਤੂਤ ਪਸ਼ੂ ਕੀ, ਕੰਮ ਜਿਹੜੇ ਨੇ ਉਹ ਗਿਆਨਵਾਨਾਂ ਵਾਲੇ ਨਹੀਂ, ਕੰਮ ਨੇ ਪਸ਼ੂਆਂ ਵਾਲੇ। ਪਸ਼ੂ ਦਾ ਕੰਮ ਕੀ ਹੈ? ਉਹ ਰਾਹ ਜਾਂਦਾ ਹੋਇਆ ਦੂਜੇ ਨੂੰ ਢੁੱਡ ਮਾਰ ਦਿੰਦਾ, ਕਿਸੇ ਨੂੰ ਲੱਤ ਮਾਰ ਦਿੰਦਾ ਹੈ, ਕਿਸੇ ਦੇ ਨਾਲ ਉਹ ਝਗੜਾ ਕਰਦਾ, ਕਿਸੇ ਦਾ ਖੋਹ ਕੇ ਖਾ ਜਾਂਦਾ ਹੈ। ਇਹ ਪਸ਼ੂ ਬਿਰਤੀ ਹੈ। ਇਸੇ ਤਰ੍ਹਾਂ ਹੀ ਮਨੁੱਖ ਕਰਦਾ ਹੈ, ਰਾਹ ਜਾਂਦਾ ਲੋਕਾਂ ਨਾਲ ਝਗੜੇ ਕਰਦਾ, ਆਪਣੇ ਆਂਢੀਆਂ ਗੁਆਂਢੀਆਂ ਮੁਹੱਲੇ ਦੇ ਨਾਲ ਬੜੀ ਲੜਾਈ ਕਰਦਾ ਹੈ। ਇਸੇ ਤਰ੍ਹਾਂ ਗਰੀਬ ਦਾ ਖੋਹ ਕੇ ਖਾ ਜਾਂਦਾ, ਮਾੜੇ ਦੇ ਅੱਗੇ ਹੱਥ ਜੋੜ ਜਾਂਦਾ ਹੈ। ਇਹ ਸੁਭਾਅ ਇਹਦਾ ਪਸ਼ੂ ਵਾਲਾ ਹੀ ਹੈ। ਕਰਤੂਤ ਪਸ਼ੂ ਕੀ, ਕੰਮ ਨੇ ਪਸ਼ੂਆਂ ਵਾਲੇ। ਕੇਵਲ ਸਰੀਰ ਮਨੁੱਖਾ ਮਿਲਿਆ। ਮਨੁੱਖਾ ਸਰੀਰ ਉਹਨਾਂ ਚਿਰ ਸਫਲਾ ਨਹੀਂ ਹੈ ਜਿੰਨਾ ਚਿਰ ਗਿਆਨ ਪ੍ਰਾਪਤ ਨਹੀਂ ਹੈ। ਗਿਆਨ ਤੋਂ ਬਿਨਾਂ ਇਹ ਸਰੀਰ ਪਸ਼ੂ ਦੇ ਤੁੱਲ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਤਰ ਗਿਆਨ ਨਾ ਆਇਓ। ਅੰਦਰ ਤੇ ਗਿਆਨ ਪ੍ਰਾਪਤ ਨਹੀਂ ਕੀਤਾ ਵੀ ਮੈਂ ਜਿਹੜਾ ਕਰਮ ਕਰਦਾ ਪਿਆ, ਇਹ ਕਰਮ ਦਾ ਮੈਨੂੰ ਦੁੱਖ ਮਿਲੇਗਾ, ਸੁੱਖ ਮਿਲੇਗਾ, ਲਾਭ ਮਿਲੇਗਾ, ਕੀ ਮਿਲੇਗਾ। ਨਹੀਂ, ਇਸ ਗੱਲ ਦੀ ਵਿਚਾਰ ਕਦੇ ਕੀਤੀ ਨਹੀਂ। ਇਸ ਗਿਆਨ ਨੂੰ ਕੁਝ ਪ੍ਰਾਪਤ ਕੀਤਾ ਨਹੀਂ। ਜਿਤ ਕਿਛ ਸੋਝੀ ਪਾਏ, ਇਸ ਗਿਆਨ ਦੇ ਨਾਲ ਸੋਝੀ ਪੈਣੀ ਸੀ, ਸਮਝ ਪੈਣੀ ਸੀ ਕਿ ਮੈਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਹੈ। ਪਰ ਮਹਾਰਾਜ ਕਹਿਣ ਲੱਗੇ ਗਿਆਨ ਗੁਰੂ ਕੋਲੋਂ ਇਸਨੇ ਲਿਆ ਨਹੀਂ ਹੈ। ਬਿਨ ਡਿਠਾ ਕਿਆ ਸਲਾਹੀ ਹੈ। ਮਹਾਰਾਜ ਕਹਿਣ ਲੱਗੇ ਪਰਮਾਤਮਾ ਨੂੰ ਵੇਖੇ ਤੋਂ ਬਿਨਾ ਉਹਦੀ ਕੀ ਸਿਫਤ ਕਰਨੀ ਹੈ। ਪਰਮਾਤਮਾ ਨੂੰ ਵੇਖਣਾ ਕੀ ਹੁੰਦਾ? ਪਰਮਾਤਮਾ ਨੂੰ ਵੇਖਣਾ ਇਹ ਹੁੰਦਾ ਗੁਰਮੁਖੋ ਜਿਹੜੀ ਆਸਤਕ ਬਿਰਤੀ ਰੱਖਣੀ ਹੈ। ਦੋ ਤਰ੍ਹਾਂ ਦੀ ਬਿਰਤੀ ਹੈ ਨਾ, ਆਸਤਕ ਤੇ ਨਾਸਤਕ। ਨਾਸਤਕ ਉਹਨੂੰ ਕਿਹਾ ਜਾਂਦਾ ਜਿਹੜਾ ਰੱਬ ਦੀ ਹੋਂਦ ਨੂੰ ਨਾ ਮੰਨੇ, ਨਾ ਰੱਬ ਨੂੰ ਮੰਨੇ। ਜਿਵੇਂ ਨਾਸਤਕ ਲੋਕ ਇਹ ਗੱਲ ਕਹਿ ਦਿੰਦੇ, ਕਹਿਣ ਲੱਗੇ ਘਾਹ ਘਾਹ ਤੇ ਹੋਤ ਹੈ, ਅੰਨ ਅੰਨ ਤੇ ਹੋਤ ਹੈ, ਘਾਹ ਘਾਹ ਤੇ ਹੋਏ, ਮਨੁੱਖ ਮਨੁੱਖ ਤੇ ਹੋਤ ਹੈ, ਅਵਰ ਨ ਦੁਤੀਆ ਕੋਏ। ਇਹ ਨਾਸਤਕ ਲੋਕਾਂ ਦੀ ਵਿਚਾਰ ਹੈ। ਕਹਿਣ ਲੱਗੇ ਵੀ ਅੰਨ ਤੋਂ ਅੰਨ ਪੈਦਾ ਹੋ ਗਿਆ, ਘਾਹ ਤੋਂ ਘਾਹ ਪੈਦਾ ਹੋਇਆ, ਪਸ਼ੂਆਂ ਤੋਂ ਪਸ਼ੂ ਅੱਗੇ ਪੈਦਾ ਹੋਈ ਜਾਂਦੇ, ਮਨੁੱਖਾਂ ਤੋਂ ਮਨੁੱਖ ਆਪਣੇ ਆਪ ਪੈਦਾ ਹੋਈ ਜਾਂਦੇ। ਕੋਈ ਪੈਦਾ ਕਰਨ ਵਾਲਾ ਹੈ ਹੀ ਨਹੀਂ ਹੈ। ਨਹੀਂ ਮੰਨਦੇ ਰੱਬ ਕੌਣ ਹੈ, ਨਹੀਂ ਮੰਨਦੇ ਪਰਮਾਤਮਾ ਕੌਣ ਹੈ। ਜਿਹੜੇ ਬਿਲਕੁਲ ਉਹਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨੂੰ ਨਾਸਤਕ ਆਖਿਆ ਜਾਂਦਾ। ਉਹਦੇ ਉਲਟ ਨੇ ਆਸਤਕ। ਆਸਤਕ ਤੋਂ ਭਾਵ ਹੈ ਆਸਥਾ ਵਾਲਾ, ਸ਼ਰਧਾ ਵਾਲਾ, ਭਰੋਸੇ ਵਾਲਾ, ਭਾਵਨਾ ਵਾਲਾ। ਜਿਹੜਾ ਇਹ ਮੰਨਦਾ ਜਿਵੇਂ ਜਮਾਨ ਕਿਆ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ ਆਸਤਕ ਦੀ ਬਿਰਤੀ ਹੈ ਵੀ ਪਰਮਾਤਮਾ ਸਾਰੇ ਥਾਵਾਂ 'ਤੇ, ਭਾਵੇਂ ਉਹਨੂੰ ਦਿਸਿਆ ਨਹੀਂ ਹੈ ਪਰ ਉਹਦੀ ਭਾਵਨਾ ਇਹ ਹੈ ਕਿ ਪਰਮਾਤਮਾ ਹੈ ਸਾਰੇ ਥਾਵਾਂ 'ਤੇ। ਭਾਈ ਉਹ ਮੈਨੂੰ ਵੇਖਦਾ ਪਿਆ ਹੈ। ਇਹ ਜਿਹੜੀ ਬਿਰਤੀ ਰੱਖਣੀ ਇਸ ਨੂੰ ਕਿਹਾ ਜਾਂਦਾ ਆਸਤਕ ਬਿਰਤੀ। ਭਾਵਨਾ ਰੱਖਣੀ, ਆਸਥਾ ਰੱਖਣੀ, ਸ਼ਰਧਾ ਰੱਖਣੀ, ਭਰੋਸਾ ਰੱਖਣਾ। ਮਹਾਰਾਜ ਕਹਿਣ ਲੱਗੇ ਭਾਈ ਬਿਨ ਡਿਠਾ ਕਿਆ ਸਲਾਹੀ ਹੈ। ਜੇ ਤੂੰ ਭਰੋਸਾ ਰੱਖਿਆ ਹੀ ਨਹੀਂ ਪਰਮਾਤਮਾ ਦੇ ਉੱਪਰ, ਅਤੇ ਫਿਰ ਤੂੰ ਉਹਦੀ ਸਿਫਤ ਵੀ ਕੀ ਕਰੇਂਗਾ, ਫਿਰ ਤੂੰ ਉਹਦਾ ਨਾਮ ਵੀ ਕੀ ਜਪ ਲਵੇਂਗਾ। ਤੈਨੂੰ ਭਰੋਸਾ ਤੇ ਹੈ ਨਹੀਂ, ਨਾ ਤੇਰੇ ਮਨ ਵਿੱਚ ਸ਼ਰਧਾ, ਨਾ ਤੇਰੇ ਮਨ ਵਿੱਚ ਭਾਵਨਾ ਹੈ। ਜੇ ਸ਼ਰਧਾ ਨਹੀਂ, ਭਾਵਨਾ ਨਹੀਂ, ਭਰੋਸਾ ਨਹੀਂ, ਤੇ ਫਿਰ ਕਿਆ ਸਲਾਹੀ ਹੈ। ਫਿਰ ਤੂੰ ਉਹਦੀ ਸਿਫਤ ਵੀ ਕੀ ਕਰੇਂਗਾ? ਬਿਲਕੁਲ ਨਹੀਂ ਕਰੇਂਗਾ। ਸਿਫਤ ਵੀ ਤਾਂ ਹੁੰਦੀ ਹੈ ਜੇ ਤੇਰੀ ਭਾਵਨਾ ਹੋਵੇ, ਤਾਂ ਹੀ ਹੈ ਨਾ। ਜੇ ਭਾਵਨਾ ਨਹੀਂ ਤੇ ਸਿਫਤ ਕਿਵੇਂ ਕਰੇਂਗਾ। ਮਹਾਰਾਜ ਕਹਿਣ ਲੱਗੇ ਵਿਣ ਡਿੱਠਾ ਕਿਆ ਸਲਾਹੀ ਹੈ।
ਜਿੰਨਾ ਚਿਰ ਤੂੰ ਪ੍ਰਮਾਤਮਾ ਦੇ ਉੱਪਰ ਆਸਥਾ ਨਹੀਂ ਨਾ ਗੁਰਮੁਖਾ ਰੱਖਦਾ, ਭਰੋਸਾ ਨਹੀਂ ਰੱਖਦਾ, ਉਹਨਾਂ ਚਿਰ ਤੂੰ ਕੀ ਉਹਦੀ ਸਲਾਹੁਤ ਕਰੇਂਗਾ, ਕੀ ਉਹਦੀ ਸਿਫਤ ਕਰ ਸਕਦਾ ਹੈ। ਅੰਧਾ ਅੰਧ ਕਮਾਏ। ਅੰਨਾ ਜੀਵ ਅੰਧ ਤਾਈਆਂ ਕਮਾਉਂਦਾ ਹੈ। ਅੰਨਾ ਜੀਵ ਕੀ ਹੈ? ਕਿਉਂਕਿ ਇਸ ਨੂੰ ਚੰਗੇ ਤੇ ਮਾੜੇ ਦੀ ਵਿਚਾਰ ਨਹੀਂ ਹੈ, ਸਮਝ ਨਹੀਂ ਹੈ। ਅੰਧਤਾਈ ਵਿੱਚ ਲੱਗਾ ਹੋਇਆ ਅਗਿਆਨੀ ਪੁਰਸ਼ ਅੰਨਿਆਂ ਦੇ ਵਾਂਗ ਇਹ ਮਾੜੇ ਕਰਮਾਂ ਨੂੰ, ਕੁਕਰਮਾਂ ਨੂੰ ਕਮਾਉਣ ਵਿੱਚ ਲੱਗਾ ਹੋਇਆ ਹੈ। ਨਾਨਕ ਸ਼ਬਦ ਪਛਾਣੀਐ। ਗੁਰੂ ਬਖਸ਼ਿਸ਼ ਕਰਦੇ ਉਸ ਪ੍ਰਮਾਤਮਾ ਨੂੰ ਸ਼ਬਦ ਕਹੀਏ, ਬ੍ਰਹਮ ਦੇ ਰਾਹੀਂ ਪਛਾਣਿਆ ਜਾਂਦਾ। ਭਾਈ ਬ੍ਰਹਮ ਦੀ ਬਿਰਤੀ ਬਣਾ ਕੇ ਫਿਰ ਉਸ ਨੂੰ ਪਛਾਣੀਦਾ ਹੈ। ਨਾਮ ਵਸੈ ਮਨ ਆਏ। ਤਾਂ ਤੇਰੇ ਹਿਰਦੇ ਵਿੱਚ ਆ ਕੇ ਨਾਮ ਵਸੇਗਾ ਜੇ ਤੇਰੀ ਬਿਰਤੀ ਬਦਲ ਜਾਵੇ, ਤੇਰੀ ਸੋਚ ਬਦਲ ਜਾਵੇ। ਤੂੰ ਬ੍ਰਹਮ ਜਾਣ ਕੇ ਸਾਰਿਆਂ ਵਿੱਚ ਉਸ ਨੂੰ ਵੇਖ ਲਵੇਂ। ਕੀੜੀ ਵਿੱਚ ਵੀ ਉਹੀ ਹੈ, ਹਾਥੀ ਵਿੱਚ ਵੀ ਉਹੀ ਹੈ। ਜਿਵੇਂ ਭਗਤਾਂ ਨੇ ਬਚਨ ਕਰ ਦਿੱਤੇ, ਕਹਿਣ ਲੱਗੇ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਸਾਰਿਆਂ ਵਿੱਚ ਜਾਣਿਆ ਹੈ। ਮਹਾਰਾਜ ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਉਸ ਪ੍ਰਮਾਤਮਾ ਨੇ ਇੱਕ ਮਿੱਟੀ ਦੇ ਕਈ ਤਰ੍ਹਾਂ ਦੇ ਭਾਂਡੇ ਬਣਾਏ, ਪਰ ਇਹਨਾਂ ਸਾਰੇ ਭਾਂਡਿਆਂ ਵਿੱਚ ਉਹ ਆ ਬੈਠਾ ਹੋਇਆ ਹੈ। ਜਿਵੇਂ ਭਗਤ ਨਾਮਦੇਵ ਜੀ ਆਖਦੇ, ਕਹਿਣ ਲੱਗੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਹ ਉਹਨਾਂ ਨੇ ਆਖਿਆ। ਕਹਿਣ ਲੱਗੇ ਭਾਵੇਂ ਚੱਲਣ ਵਾਲੇ ਜੀਵ ਤੇ ਭਾਵੇਂ ਇੱਕੇ ਥਾਂ ਤੇ ਖੜੇ ਰਹਿਣ ਵਾਲੇ, ਅਸੀਂ ਤੇ ਚੱਲਣ ਵਾਲੇ ਜਿਹੜੇ ਜਾਣ ਵਾਲੇ ਨੇ ਪਸ਼ੂ ਪੰਛੀ, ਅਸੀਂ ਤੇ ਉਹਨਾਂ ਉੱਪਰ ਵੀ ਦਇਆ ਨਹੀਂ ਕਰਦੇ। ਜਿਹੜੇ ਇੱਕ ਜਗ੍ਹਾ ਤੇ ਖੜੇ ਉਹਨਾਂ ਤੇ ਅਸੀਂ ਦਇਆ ਕੀ ਕਰ ਲੈਣੀ ਹੈ। ਪਰ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਬਚਨ ਇਹ ਹੈ ਕਿ ਭਾਵੇਂ ਹਾਥੀ ਹੈ ਤੇ ਭਾਵੇਂ ਕੀੜੀ ਹੈ। ਅਸਥਾਵਰ ਜੰਗਮ ਕੀਟ ਪਤੰਗਮ। ਅਸਥਾਵਰ ਤੋਂ ਭਾਵ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਕੇ ਜਾਣ ਵਾਲੇ, ਤੇ ਜੰਗਮ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਇੱਕੇ ਜਗ੍ਹਾ ਤੇ ਰੁਕੇ ਰਹਿਣ, ਜਿਵੇਂ ਰੁੱਖ ਨੇ, ਪਹਾੜ ਨੇ। ਅਸਥਾਵਰ ਜੰਗਮ ਕੀਟ ਪਤੰਗਮ, ਕੀੜਿਆਂ ਵਿੱਚ ਪਤੰਗਿਆਂ ਵਿੱਚ ਘਟ ਘਟ ਰਾਮ ਸਮਾਨਾ ਰੇ। ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ। ਇਹ ਅਵਸਥਾ, ਇਹ ਗਿਆਨ ਗੁਰੂ ਦੇ ਦਿੰਦੇ, ਤੇ ਉਹਨਾਂ ਭਗਤਾਂ ਨੇ ਇਸ ਗੱਲ ਦਾ ਤਾਂ ਜ਼ਿਕਰ ਕੀਤਾ। ਮਹਾਰਾਜ ਕਹਿਣ ਲੱਗੇ ਭਾਈ ਇਹ ਸ਼ਬਦ ਬ੍ਰਹਮ ਨੂੰ ਜਿੰਨਾ ਚਿਰ ਇਹ ਨਹੀਂ ਨਾ ਜਾਣਦਾ ਵੀ ਪ੍ਰਮਾਤਮਾ ਸਾਰਿਆਂ ਦੇ ਵਿੱਚ ਹੈ, ਉਹਨਾਂ ਚਿਰ ਤੇਰੇ ਮਨ ਦੇ ਵਿੱਚ ਨਾਮ ਨਹੀਂ ਆ ਕੇ ਵਸਣਾ। ਅਸੀਂ ਆਖਦੇ ਨਾ ਸਾਡਾ ਮਨ ਨਹੀਂ ਟਿਕਦਾ ਨਾਮ ਜਪਣ ਲੱਗੇ ਹਾਂ, ਸਾਡਾ ਮਨ ਜੁੜਦਾ ਨਹੀਂ ਹੈ, ਨਾਮ ਸਾਡੇ ਮਨ ਵਿੱਚ ਵਸਿਆ ਨਹੀਂ ਹੈ। ਉਹਦਾ ਵੱਡਾ ਕਾਰਨ ਇਹ ਹੈ ਵੀ ਪ੍ਰਮਾਤਮਾ ਨੂੰ ਅਸੀਂ ਸਾਰੇ ਥਾਵਾਂ ਤੇ ਜਾਣ ਹੀ ਨਹੀਂ ਸਕੇ ਵੀ ਉਹ ਸਾਰਿਆਂ ਥਾਵਾਂ ਤੇ ਹੈ। ਜਿੱਦਣ ਗੁਰਮੁਖਾ ਤੇਰੀ ਇਹ ਬਿਰਤੀ ਬਣ ਗਈ ਨਾ ਵੀ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਦੋਂ ਨਾਮ ਵਸਣਾ ਵੀ ਸ਼ੁਰੂ ਹੋ ਜਾਵੇਗਾ, ਨਾਮ ਦੀ ਪ੍ਰਾਪਤੀ ਵੀ ਹੋ ਜਾਵੇਗੀ। ਐਸੀਆਂ ਦਾਤਾਂ ਉਦੋਂ ਪ੍ਰਾਪਤ ਹੁੰਦੀਆਂ ਜਦੋਂ ਇਹ ਜਾਣ ਲਵੇਂਗਾ ਵੀ ਉਹ ਬ੍ਰਹਮ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਪਾਤਸ਼ਾਹ ਕਹਿਣ ਲੱਗੇ ਇੱਕਾ ਬਾਣੀ, ਇਹ ਜਿਹੜੀ ਵੇਦ ਬਾਣੀ ਹੈ ਨਾ ਇੱਕੋ ਹੀ ਹੈ ਭਾਈ। ਜਿਹੜੀ ਵੇਦ ਬਾਣੀ ਦੇ ਵਿੱਚ ਗ੍ਰੰਥ ਲਿਖੇ ਗਏ, ਮਹਾਰਾਜ ਜੀਆਂ ਦਾ ਬਚਨ ਹੈ ਗਾਵੈ ਕੋ ਵਿਦਿਆ ਬਿਖਮ ਵਿਚਾਰ। ਇਹ ਬਿਖਮ ਵਿਦਿਆ ਜਿਹੜੀ ਹੈ ਵੇਦਾਂ ਦੀ ਮੰਨੀ ਜਾਂਦੀ ਹੈ, ਔਖੀ ਵਿਦਿਆ। ਜਿਸ ਵਿਦਿਆ ਨੂੰ ਪੜ੍ਹਨ ਵਾਸਤੇ ਕਹਿਣ ਲੱਗੇ 12 ਸਾਲ ਪਹਿਲਾਂ ਵਿਆਕਰਨ ਪੜ੍ਹਨੀ ਪੈਂਦੀ ਹੈ, ਫਿਰ ਬ੍ਰਾਹਮਣ ਦੇ ਘਰ ਵਿੱਚ ਜਨਮ ਲੈਣਾ ਪੈਂਦਾ, ਫਿਰ ਜਨਮ ਲੈਣ ਤੋਂ ਮਗਰੋਂ ਫਿਰ ਇਹ ਵਿਆਕਰਨ ਪੜ੍ਹਨੀ ਪੈਂਦੀ ਹੈ, ਫਿਰ ਜਾ ਕੇ ਵੇਦ ਨੂੰ ਪੜ੍ਹਦਿਆਂ ਸਾਰੀ ਉਮਰ ਹੀ ਲੰਘ ਜਾਂਦੀ ਹੈ। ਕਹਿਣ ਲੱਗੇ ਭਾਈ ਇਹ ਵੇਦ ਬਾਣੀ ਜਿਹੜੀ ਹੈ ਨਾ ਇਹ ਵਿਦਿਆ ਪੜ੍ਹਨੀ ਬੜੀ ਔਖੀ ਹੈ। ਮਹਾਰਾਜ ਜੀਆਂ ਦਾ ਬਚਨ ਗਾਵੇ ਕੋ ਵਿਦਿਆ ਬਿਖਮ ਵਿਚਾਰ। ਇਹ ਔਖੀ ਵਿਦਿਆ ਤਾਂ ਹੀ ਵਿਚਾਰੀ ਜਾ ਸਕਦੀ ਹੈ, ਤਾਂ ਹੀ ਕੋਈ ਗਾ ਸਕਦਾ, ਪੜ੍ਹ ਸਕਦਾ ਹੈ ਜੇ ਪਰਮਾਤਮਾ ਤੂੰ ਉਹਨੂੰ ਗਾਉਣ ਦੀ ਸਮਰੱਥਾ ਦੇਵੇਂ, ਬਖਸ਼ਿਸ਼ ਕਰੇ। ਇੱਥੇ ਮਹਾਰਾਜ ਕਹਿਣ ਲੱਗੇ ਇੱਕਾ ਬਾਣੀ। ਗੁਰਮੁਖਾ ਇਹ ਵੇਦ ਰੂਪੀ ਬਾਣੀ ਇੱਕੋ ਹੀ ਹੈ। ਇੱਕ ਗੁਰ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਵੀ ਇੱਕੋ ਹੀ ਹੈ, ਬ੍ਰਹਮ ਦੇ ਵਿੱਚ ਸਮਾਇਆ ਹੋਇਆ, ਬ੍ਰਹਮ ਵਿੱਚ ਮਿਲਿਆ ਹੋਇਆ। ਤੇ ਮਹਾਰਾਜ ਕਹਿਣ ਲੱਗੇ ਇੱਕੋ ਸ਼ਬਦ ਵਿਚਾਰ। ਸ਼ਬਦ ਕਹੀਏ ਬ੍ਰਹਮ ਸਾਰਿਆਂ ਥਾਵਾਂ ਤੇ ਪਸਰਿਆ ਹੈ, ਤੇ ਬ੍ਰਹਮ ਦੀ ਵਿਚਾਰ ਵੀ ਗੁਰਮੁਖੋ ਇੱਕੋ ਹੀ ਹੈ। ਇਹ ਮਹਾਰਾਜ ਬਖਸ਼ਿਸ਼ ਕਰਦੇ।
ਫਿਰ ਫਰਮਾਉਂਦੇ ਹਨ। ਏਕਾ ਬਾਣੀ ਇੱਕ ਗੁਰ। ਮਹਾਰਾਜ ਬਖਸ਼ਿਸ਼ ਕਰਦੇ ਏਕਾ ਬਾਣੀ। ਬਾਣੀ ਕਿਹੜੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੀ ਇਹ ਬਾਣੀ ਭਾਈ ਇੱਕੋ ਹੀ ਹੈ, ਜਿਹਨੂੰ ਮਹਾਰਾਜ ਨੇ ਆਖਿਆ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਹ ਬਾਣੀ ਐਸੀ ਹੈ ਜਿਹੜੇ ਪੜ੍ਹਨਗੇ ਉਹਨਾਂ ਦੀ ਚਿੰਤਾ ਖਤਮ ਹੋ ਜਾਏਗੀ। ਇਸ ਬਾਣੀ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਹੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਇਹ ਬਾਣੀ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਸਮਾਉਂਦੀ ਹੈ, ਵਾਸਾ ਕਰਦੀ ਹੈ, ਜਿਨ੍ਹਾਂ ਗੁਰਮੁਖਾਂ ਨੂੰ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਵੇ, ਜਿਹੜੇ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਣ, ਉਹਨਾਂ ਨੂੰ ਪ੍ਰਾਪਤੀ ਹੋਈ ਇਸ ਬਾਣੀ ਦੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਕਿਉਂਕਿ ਬਾਣੀ ਖੁਦ ਪਰਮੇਸ਼ਰ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਜਾਂ ਮਹਾਰਾਜ ਜੀਆਂ ਨੇ ਬਚਨ ਲਿਖ ਦਿੱਤੇ ਗੁਰਬਾਣੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੀ ਗੁਰਬਾਣੀ ਹੈ ਨਾ, ਗੁਰੂ ਕਿਆ ਸਿੱਖਾ, ਇਹਦੇ ਵਿੱਚ ਸਾਰੇ ਹੀ ਪਦਾਰਥ ਨੇ। ਜਿਹੜਾ ਜਿਹੜਾ ਪਦਾਰਥ ਚਾਹੀਦਾ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੇ ਪਦਾਰਥ, ਸਾਰੀਆਂ ਵਸਤੂਆਂ, ਮੋਕਸ਼ ਮੁਕਤੀ ਵੀ ਮਿਲ ਜਾਂਦੀ, ਦੁਨੀਆ ਦੇ ਪਦਾਰਥ ਵੀ ਮਿਲ ਜਾਂਦੇ। ਗੁਰਬਾਣੀ ਕਹੈ ਸੇਵਕ ਜਨ ਮੰਨੈ। ਜੋ ਗੁਰਬਾਣੀ ਹੁਕਮ ਕਰਦੀ, ਸੇਵਕ ਬਣ ਕੇ, ਦਾਸ ਬਣ ਕੇ ਉਸ ਹੁਕਮ ਨੂੰ ਕਮਾਉਣ ਦਾ ਯਤਨ ਕਰ। ਜਿਵੇਂ ਇੱਕ ਨੌਕਰ ਆਪਣੇ ਮਾਲਕ ਦਾ ਹੁਕਮ ਕਮਾਉਂਦਾ ਹੈ, ਉਹਨੂੰ ਹੁਕਮ ਮੰਨਣਾ ਪੈਂਦਾ ਤਾਂ ਮਾਲਕ ਦੀ ਖੁਸ਼ੀ ਹੈ। ਮਹਾਰਾਜ ਕਹਿਣ ਲੱਗੇ ਗੁਰਬਾਣੀ ਕਹੈ, ਗੁਰਬਾਣੀ ਨੂੰ ਆਪਣਾ ਮਾਲਕ ਸਮਝ ਲੈ। ਸੇਵਕ ਜਨ ਮੰਨੈ, ਆਪ ਨੌਕਰ ਬਣ ਜਾ, ਸੇਵਕ ਬਣ ਜਾ, ਵੀ ਮੈਂ ਇਸ ਬਚਨ ਨੂੰ ਮੰਨਣਾ ਹੀ ਮੰਨਣਾ ਹੈ। ਪ੍ਰਤੱਖ ਗੁਰੂ ਨਿਸਤਾਰੇ। ਇਹ ਗੁਰੂ ਤੈਨੂੰ ਪ੍ਰਗਟ ਹੀ ਸੰਸਾਰ ਤੋਂ ਪਾਰ ਕਰ ਦੇਵੇਗਾ। ਇਹ ਸਾਡੇ ਬਚਨ ਨੇ। ਮਹਾਰਾਜ ਕਹਿਣ ਲੱਗੇ ਏਕਾ ਬਾਣੀ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵੀ ਭਾਈ ਇੱਕੋ ਹੀ ਹੈ। ਅਤੇ ਇਸੇ ਤਰ੍ਹਾਂ ਇੱਕ ਗੁਰ ਅਤੇ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਇੱਕੋ ਹੀ ਨੇ, ਜਿਹੜੇ 10 ਗੁਰੂਆਂ ਦੇ ਸਰੂਪ ਦੇ ਵਿੱਚ ਵਰਤੇ ਨੇ, ਪਰ ਹੈਣ ਸਾਰੇ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਰੂਪ। ਐਸੀ ਇਹ ਬਾਣੀ ਤੇ ਐਸੇ ਸਤਿਗੁਰੂ ਹਨ। ਇੱਕੋ ਸ਼ਬਦ ਵਿਚਾਰ। ਗੁਰੂ ਸ਼ਬਦ ਦੀ ਵਿਚਾਰ ਜਿਹੜੀ ਹੈ ਨਾ, ਜਿਨ੍ਹਾਂ ਗੁਰਸਿੱਖਾਂ ਨੇ, ਗੁਰਮੁਖਾਂ ਨੇ ਕੀਤੀ ਹੈ, ਪ੍ਰਾਪਤ ਕੀਤੀ ਹੈ, ਉਹ ਵਿਚਾਰ ਕਰਨ ਵਾਲੇ ਸ਼ਬਦ ਦੀ ਜਾਂ ਪੜ੍ਹਨ ਵਾਲੇ ਸ਼ਬਦ ਨੂੰ ਕਮਾਈ ਕਰਨ ਵਾਲੇ, ਉਹ ਗੁਰਮੁਖ ਵੀ ਭਾਈ ਸੰਸਾਰ ਤੋਂ ਤਰ ਗਏ। ਐਸੀਆਂ ਦਾਤਾਂ ਇਸ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਸੱਚਾ ਸੌਦਾ ਹਟ ਸੱਚ। ਨਾਮ ਰੂਪੀ ਜਿਹੜਾ ਸੌਦਾ ਹੈ ਨਾ ਭਾਈ, ਇਹ ਸੱਚਾ ਹੈ। ਆ ਦੁਨੀਆ ਦੇ ਸੌਦੇ ਤੇ ਝੂਠੇ ਨੇ। ਕੁਝ ਸਮੇਂ ਵਾਸਤੇ ਠੱਗੀ ਹੋ ਗਈ, ਧੋਖਾ ਹੋ ਗਿਆ, ਕਦੇ ਘਾਟਾ ਕਦੇ ਵਾਧਾ ਹੋ ਗਿਆ। ਇਹ ਦੁਨੀਆ ਦੇ ਸੌਦੇ ਤੇ ਇਸ ਤਰ੍ਹਾਂ ਦੇ ਚਿੰਤਾ ਦੇਣ ਵਾਲੇ। ਪਰ ਨਾਮ ਦਾ ਸੌਦਾ ਗੁਰਮੁਖੋ ਸੱਚਾ ਹੈ। ਸੱਚਾ ਸੌਦਾ ਇਹ ਇਹੋ ਜਿਹਾ ਸੌਦਾ ਸੱਚਾ ਹੈ ਕਿ ਇਹ ਲੋਕ ਪਰਲੋਕ ਦੇ ਵਿੱਚ ਸੁਖ ਦਿੰਦਾ ਹੈ, ਜਿਨ੍ਹਾਂ ਨੇ ਨਾਮ ਦਾ ਸੌਦਾ ਕੀਤਾ ਹੈ। ਤੇ ਮਹਾਰਾਜ ਕਹਿਣ ਲੱਗੇ ਹਟ ਸੱਚ। ਇਹ ਨਾਮ ਦਾ ਸੌਦਾ ਮਿਲਦਾ ਕਿੱਥੋਂ ਹੈ? ਇਹ ਹੱਟੀ ਹੈ ਸਤ ਸੰਗਤ। ਜਿੱਥੇ ਆਪਾਂ ਬੈਠੇ ਆ ਨਾ ਗੁਰਮੁਖੋ, ਇਹ ਸਤ ਸੰਗਤ ਹੱਟ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ, ਬਾਬੇ ਨਾਨਕ ਸਾਹਿਬ ਜੀਆਂ ਦਾ ਇਹ ਹੱਟ ਹੈ। ਇਹ ਸਤ ਸੰਗਤ ਜਿੱਥੋਂ ਆਪਾਂ ਨੂੰ ਇਹ ਨਾਮ ਦਾ ਸੌਦਾ ਪ੍ਰਾਪਤ ਹੁੰਦਾ ਹੈ। ਨਾਮ ਰਤਨੀ ਭਰੇ ਭੰਡਾਰ। ਜਿਹੜੇ ਮਹਾਂਪੁਰਖ ਗੁਰਮੁਖ ਨੇ, ਸਾਧੂ ਨੇ, ਉਹਨਾਂ ਦੇ ਹਿਰਦਿਆਂ ਰੂਪੀ ਜਿਹੜੇ ਭੰਡਾਰੇ ਨੇ, ਸ਼ੁਭ ਗੁਣਾਂ ਦੇ ਨਾਲ ਗੁਰਮੁਖੋਂ ਭਰੇ ਹੋਏ, ਮਹਾਤਮਾ ਧਰਮਾਤਮਾ ਨਾਮ ਦੀ ਕਮਾਈ ਕਰਨ ਵਾਲੇ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਸਾਧੂ ਸੰਤ ਜਿਹੜੇ ਨੇ, ਉਹਨਾਂ ਦੇ ਹਿਰਦੇ ਉਹ ਭੰਡਾਰੇ ਨੇ, ਉਹ ਭਾਂਡੇ ਨੇ ਜਿਹੜੇ ਸ਼ੁਭ ਗੁਣਾਂ ਦੇ ਨਾਲ ਭਰ ਗਏ। ਇਹ ਨਾਮ ਮਿਲਦਾ ਕਿੱਥੇ ਆ? ਸੰਗਤ ਵਿੱਚੋਂ ਆ ਕੇ। ਸੱਚਾ ਸੌਦਾ, ਨਾਮ ਦਾ ਸੌਦਾ ਸੱਚਾ ਤੇ ਮਿਲਦਾ ਹੈ ਹੱਟ ਸੱਚ। ਸੱਚੀ ਹੱਟੀ ਸਤ ਸੰਗਤ ਵਿੱਚੋਂ ਮਿਲਦਾ। ਪ੍ਰਾਪਤ ਹੋਇਆ ਸਾਧੂਆਂ ਨੂੰ ਸੱਚ ਰਤਨੀ ਭਰੇ ਭੰਡਾਰ। ਇਹ ਸੱਚ ਰਤਨਾਂ ਦੇ ਜਿਹੜੇ ਭੰਡਾਰ ਨੇ ਗੁਰਮੁਖਿਆਂ ਦੇ ਹਿਰਦੇ, ਗੁਰਮੁਖਾਂ ਦੇ ਹਿਰਦੇ ਰੂਪੀ ਭੰਡਾਰੇ, ਉਹਨਾਂ ਦੇ ਬਰਤਨ ਭਰੇ ਹੋਏ ਹਨ। ਗੁਰ ਕਿਰਪਾ ਤੇ ਪਾਈਆਂ। ਇਹ ਗੁਰੂ ਕਿਰਪਾ ਜੇ ਹੋਵੇ ਤੇ ਤਾਂ ਇਹ ਭੰਡਾਰੇ ਪ੍ਰਾਪਤ ਹੁੰਦੇ। ਜੇ ਆਪਾਂ ਯਤਨ ਕਰੀਏ ਨਾ ਵੀ ਮੈਂ ਆਪਣੀ ਮਰਜ਼ੀ ਨਾਲ, ਆਪਣੇ ਜ਼ੋਰ ਦੇ ਨਾਲ
ਨਹੀਂ ਜ਼ੋਰ ਦੇ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਨਹੀਂ ਹੁੰਦਾ, ਇਹ ਗੁਰੂ ਕਿਰਪਾ ਕਰੇ ਤਾਂ ਪ੍ਰਾਪਤ ਹੈ। ਜੇ ਦੇਵੈ ਦੇਵਨਹਾਰ, ਦੇਵਨਹਾਰ ਪ੍ਰਮਾਤਮਾ ਕਿਰਪਾ ਆਪ ਕਰ ਦੇਵੇ, ਤਰੁੱਠ ਪਵੇ, ਬਖਸ਼ਿਸ਼ ਕਰ ਦੇਵੇ, ਤਾਂ ਗੁਰਮੁਖੋ ਇਹ ਨਾਮ ਦੀਆਂ ਦਾਤਾਂ ਮਿਲਦੀਆਂ ਹਨ। ਸੱਚਾ ਸੌਦਾ ਲਾਭ ਸਦਾ, ਖਟਿਆ ਨਾਮ ਅਪਾਰ। ਇਹ ਜਿਹੜਾ ਅਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਹੈ ਨਾ, ਅਪਾਰ ਜਿਹਨੂੰ ਕਿਹਾ ਜਾਂਦਾ, ਉਹਦੇ ਨਾਮ ਦਾ ਜਿਨ੍ਹਾਂ ਨੇ ਸੌਦਾ ਕੀਤਾ ਹੈ, ਪ੍ਰਮਾਤਮਾ ਦੇ ਨਾਮ ਦਾ ਸੌਦਾ, ਉਹਨਾਂ ਨੇ ਦੁਨੀਆ ਵਿੱਚ ਲਾਭ ਖੱਟਿਆ। ਬਚਨ ਪੜ੍ਹਦੇ ਹਨ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾ ਚੜਿਆ ਨਿਰਮੂਲਕ, ਛੂਟ ਗਈ ਸੰਸਾਰੀ। ਇਹ ਗੁਰਮੁਖੋ ਨਾਮ ਦਾ ਸੌਦਾ, ਨਾਮ ਦਾ ਵਪਾਰ ਜਿਨ੍ਹਾਂ ਨੇ ਕੀਤਾ, ਤੇ ਨਾਮ ਹੈ ਪਰਮਾਤਮਾ ਦਾ। ਦੁਨੀਆ ਨੇ ਬੜੇ ਆਪੋ ਆਪਣੇ ਨਾਮ ਬਣਾਏ ਹੋਏ, ਆਪੋ ਆਪਣੇ ਨਾਮ ਦੁਨੀਆ ਦਿੰਦੀ ਹੈ, ਮੇਰੇ ਕੋਲ ਆਓ ਇਹ ਮੰਤਰ ਲੈ ਕੇ ਜਾਓ, ਪਰ ਅਸਲ ਵਿੱਚ ਗੁਰਮੁਖੋ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕੀਤਾ ਪੂਰੇ ਗੁਰੂ ਦੇ ਕੋਲੋਂ, ਸੋ ਉਹਨਾਂ ਗੁਰਮੁਖਾਂ ਨੇ ਭਾਈ ਇਹ ਨਾਮ ਦਾ ਲਾਭ ਦੁਨੀਆ ਵਿੱਚ ਆ ਕੇ ਖਟਿਆ ਹੈ। ਵੇਖ ਵਿੱਚ ਅੰਮ੍ਰਿਤ ਪ੍ਰਗਟਿਆ, ਵੇਖ ਕਹੀਏ ਗੁਰਮੁਖੋ ਸੰਸਾਰ, ਇਹ ਸੰਸਾਰ ਜ਼ਹਿਰ ਹੈ ਨਾ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਵਿੱਚ ਕਈ ਤਰ੍ਹਾਂ ਦੇ ਅਵਗੁਣ, ਇਹ ਸੰਸਾਰ ਜਿਹੜਾ ਨਾ ਸੰਸਿਆਂ ਦਾ ਵਿਕਾਰਾਂ ਦਾ ਭਰਿਆ ਹੋਇਆ। ਬਚਨ ਮਹਾਰਾਜ ਜੀਆਂ ਦਾ ਇਹੋ ਸੰਸਾਰ ਵਿਕਾਰ ਸੰਸੇ ਮਹਿ, ਇਹ ਸੰਸਾਰ ਵਿਕਾਰਾਂ ਦਾ ਭਰਿਆ ਹੋਇਆ। ਕਿਸੇ ਪਾਸੇ ਤੁਰੇ ਜਾਓ, ਕਿਤੇ ਉਹ ਨਿੰਦਿਆ ਪ੍ਰਾਪਤ ਹੋ ਰਹੀ, ਚੁਗਲੀ ਪ੍ਰਾਪਤ ਹੋ ਰਹੀ ਹੈ, ਈਰਖਾ ਪ੍ਰਾਪਤ ਹੋ ਰਹੀ ਹੈ, ਕਿਧਰੋਂ ਕਾਮ ਕ੍ਰੋਧ ਦੀ ਬਿਰਤੀ ਪ੍ਰਾਪਤ, ਲੋਭ ਮੋਹ ਹੰਕਾਰ ਦੀ ਬਿਰਤੀ ਬਣੀ ਹੋਈ ਹੈ। ਇਹ ਸੰਸਾਰ ਇਹੋ ਜਿਹਾ ਹੈ। ਮਹਾਰਾਜ ਕਹਿਣ ਲੱਗੇ ਵੇਖ ਵਿੱਚ ਇਹ ਜ਼ਹਿਰ ਰੂਪੀ ਸੰਸਾਰ ਦੇ ਵਿੱਚ ਅੰਮ੍ਰਿਤ ਪ੍ਰਗਟਿਆ, ਗੁਰੂ ਕਿਰਪਾ ਕਰ ਦੇਵੇ ਨਾ ਭਾਈ, ਤੇ ਫਿਰ ਇਹ ਸੰਸਾਰ ਦੇ ਵਿੱਚ ਹੀ ਨਾਮ ਅੰਮ੍ਰਿਤ ਜਿਹੜਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਕਿਵੇਂ ਹੋ ਜਾਂਦਾ ਹੈ? ਮਹਾਰਾਜ ਕਹਿਣ ਲੱਗੇ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਭਾਵੇਂ ਕਿ ਤਲਾਬ ਚਿੱਕੜ ਦਾ ਭਰਿਆ ਹੋਇਆ, ਉਹਦੇ ਵਿੱਚ ਚਿੱਕੜ ਹੈ, ਕਈ ਤਰ੍ਹਾਂ ਦੀ ਮੈਲ ਹੈ, ਪਰ ਚਿੱਕੜ ਤੇ ਮੈਲ ਦੇ ਵਿੱਚ ਗੁਰਮੁਖੋ ਕਮਲ ਦਾ ਫੁੱਲ ਬਾਹਰ ਆ ਕੇ ਖਿੜਦਾ, ਬੜਾ ਹੀ ਸੋਹਣਾ ਲੱਗਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਵੀ ਜਿਹੜਾ ਹੈ ਨਾ ਚਿੱਕੜ, ਇਹ ਜਿਹੜੀਆਂ ਮੈਲਾਂ ਹੁਣੇ ਆਪਾਂ ਗਿਣੀਆਂ, ਇਹ ਮੈਲਾਂ ਦਾ ਭਰਿਆ ਹੋਇਆ ਇਹ ਸੰਸਾਰ ਚਿੱਕੜ ਹੈ। ਇਹਦੇ ਵਿੱਚ ਪ੍ਰਮਾਤਮਾ ਜੀ ਨਾਮ ਅੰਮ੍ਰਿਤ ਜਿਹੜਾ ਹੈ ਇਹ ਕਮਲ ਦਾ ਫੁੱਲ ਬਖਸ਼ਿਸ਼ ਕਰ ਦਿੰਦੇ, ਇਹ ਦਾਤਾਂ ਪ੍ਰਾਪਤ ਹੁੰਦੀਆਂ। ਵਿਖ ਵਿੱਚ ਅੰਮ੍ਰਿਤ ਪ੍ਰਗਟਿਆ, ਇਹ ਜ਼ਹਿਰ ਰੂਪੀ ਸੰਸਾਰ ਦੇ ਵਿੱਚ ਗੁਰਮੁਖੋ ਨਾਮ ਰੂਪੀ ਜਿਹੜਾ ਅੰਮ੍ਰਿਤ ਹੈ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਕਰਮ ਪਿਆਵਣਹਾਰ, ਭਾਈ ਜੇ ਚੰਗੇ ਕਰਮ ਹੋਣ, ਕਰਮ ਤੋਂ ਬਿਨਾਂ ਦਾਤ ਨਹੀਂ ਮਿਲਦੀ ਹੈ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਸਿਖਰ ਗਇਓ ਭੂਮ ਪਰ ਡਾਰਿਓ, ਇਹ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ। ਕਹਿਣ ਲੱਗੇ ਮਹਾਨ ਸਿਕੰਦਰ ਦੁਨੀਆ ਨੂੰ ਜਿੱਤਣ ਵਾਸਤੇ ਤੁਰ ਪਿਆ, ਜਿੱਤਦਾ ਜਿੱਤਦਾ ਕਹਿਣ ਲੱਗਾ ਮੈਂ ਉਹ ਅੰਮ੍ਰਿਤ ਦਾ ਕੁੰਡ ਪ੍ਰਾਪਤ ਕਰਨਾ ਹੈ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂ। ਕਹਿਣ ਲੱਗੇ ਬੜੀਆਂ ਬੜੀਆਂ ਫੌਜਾਂ ਜਿੱਤੀਆਂ ਤੇ ਇਲਾਕੇ ਜਿੱਤੇ, ਜਿੱਤਦਾ ਹੋਇਆ ਇਹ ਜਿਹੜਾ ਸਾਧ ਸਿਕੰਦਰ ਉੱਥੇ ਮਹਾਨ ਸਿਕੰਦਰ ਪਹੁੰਚ ਗਿਆ, ਉਸ ਅੰਮ੍ਰਿਤ ਕੁੰਡ ਦੇ ਕੰਢੇ ਦੇ ਉੱਪਰ ਪਹੁੰਚ ਗਿਆ। ਤੇ ਕਹਿਣ ਲੱਗੇ ਜਦੋਂ ਬੁੱਕ ਭਰ ਕੇ ਅੰਮ੍ਰਿਤ ਪੀਣ ਲੱਗਾ ਨਾ, ਪਹੁੰਚ ਵੀ ਗਿਆ, ਪ੍ਰਾਪਤੀ ਵੀ ਕਰ ਲਈ, ਜਿੱਤਾਂ ਵੀ ਪ੍ਰਾਪਤ ਕਰ ਲਈਆਂ, ਮੰਜ਼ਲ ਤੇ ਪਹੁੰਚ ਗਿਆ। ਜਦੋਂ ਬੁੱਕ ਭਰ ਕੇ ਪੀਣ ਲੱਗਾ ਤੇ ਕਹਿਣ ਲੱਗੇ ਇੱਕ ਕੋਲ ਇੱਲ ਬੈਠੀ ਹੋਈ, ਇੱਲ ਦੇ ਖੰਭ ਪੱਟੇ ਹੋਏ, ਉਹਦੇ ਸਰੀਰ ਵਿੱਚੋਂ, ਇੱਲ ਦੇ ਬਦਨ ਦੇ ਵਿੱਚੋਂ ਲਹੂ ਵਹਿੰਦਾ ਪਿਆ, ਬੜਾ ਭੈੜਾ ਉਹਦਾ ਸਰੀਰ ਬਣਿਆ ਹੋਇਆ। ਇੱਲ ਬੋਲ ਪਈ, ਕਹਿਣ ਲੱਗੀ ਪੀਲਾ ਪੀਲਾ ਛੇਤੀ ਕਰ ਪੀਲਾ। ਜਦੋਂ ਇੰਨੀ ਗੱਲ ਆਖੀ ਤੇ ਮਹਾਨ ਸਿਕੰਦਰ ਨੇ ਮੁੜ ਕੇ ਵੇਖਿਆ ਇਹ ਕੌਣ ਹੈ, ਉਹਦੇ ਵੱਲ ਵੇਖ ਕੇ ਆਖਿਆ ਤੂੰ ਮੈਨੂੰ ਇਹ ਗੱਲ ਕਿਉਂ ਕਹੀ ਹੈ? ਉਹ ਇੰਨੇ ਗੱਲ ਕਹਿਣ ਲੱਗੀ, ਜਾਂ ਕੋਈ ਜਾਨਵਰ ਇਸ ਤਰ੍ਹਾਂ ਦਾ ਉਹ ਇਹ ਗੱਲ ਕਹਿਣ ਲੱਗਾ ਮੈਂ ਵੀ ਤੇਰੇ ਵਾਂਗੂ ਇਹ ਅੰਮ੍ਰਿਤ ਸਮਝ ਕੇ ਪੀਤਾ, ਜਿਵੇਂ ਤੂੰ ਅੱਜ ਬੁੱਕ ਭਰਿਆ ਮੈਂ ਵੀ ਇਸੇ ਤਰ੍ਹਾਂ ਹੀ ਬੁੱਕ ਭਰ ਕੇ ਪੀਣ ਲੱਗਾ, ਪਰ ਵੇਖ ਮੇਰੀ ਮਨੁੱਖਾਂ ਤੋਂ ਜੂਨੀ ਇਹ ਪੰਛੀ ਵਾਲੀ ਬਣ ਗਈ, ਮੈਂ ਇੱਲ ਬਣ ਗਿਆ। ਆ ਵੇਖ ਮੇਰੇ ਸਾਰੇ ਖੰਭ ਪੱਟੇ ਗਏ, ਮੇਰੇ ਸਰੀਰ ਵਿੱਚੋਂ ਲਹੂ ਤੇ ਪਾਕ ਵਹਿੰਦੀ ਪਈ, ਬੜੀਆਂ ਦਰਦਾਂ ਪੀੜਾਂ ਹੁੰਦੀਆਂ ਪਈਆਂ। ਤੇਰੇ ਵਾਂਗੂ ਮੈਨੂੰ ਵੀ ਭੁਲੇਖਾ ਪੈ ਗਿਆ ਸੀ, ਮੈਂ ਵੀ ਸਾਰੀ ਦੁਨੀਆ ਜਿੱਤ ਕੇ ਇੱਥੇ ਪਹੁੰਚਾ ਤੇ ਆ ਮੇਰੀ ਹਾਲਤ ਹੈ, ਤੂੰ ਵੀ ਪੀ ਲਾ, ਤੂੰ ਵੀ ਮੇਰੇ ਵਰਗਾ ਬਣ ਜਾ, ਆਪਾਂ ਦੋਵੇਂ ਇਕੱਠੇ ਇੱਥੇ ਬੈਠਿਆ ਕਰਾਂਗੇ। ਜਦੋਂ ਇੰਨੀ ਗੱਲ ਆਖੀ ਤੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਤੇ ਕਹਿਣ ਲੱਗੇ ਭਰਿਆ ਹੋਇਆ ਬੁੱਕ ਉਸੇ ਤਰ੍ਹਾਂ ਫਿਰ ਉਹਦੇ ਵਿੱਚ ਡੋਲ ਦਿੱਤਾ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਹੱਥ ਵਿੱਚ ਭਰਿਆ ਹੋਇਆ ਬੁੱਕ ਅੰਮ੍ਰਿਤ ਦਾ, ਤੇ ਕਹਿਣ ਲੱਗੇ
उस वेले जदों ये बचन सुने तो धरती के उपर फिर उस तरह ही बुक पलट दिता पर पी नहीं सकिया। महाराज कहन लगे ये कर्म पियावन हार, जिन्ना चिर तेरे कर्मां विच दात नहीं ना लिखी गुरमुखा उन्ना चिर ये महान सिकंदर वाली भी हालत बन जाती है। गुरु घरे भी आ जाइदा, बाणी पाठ भी सुन लईदा, सारा कुछ कर लईदा, पर जो अमृत की गल आउंदी फिर छड्ड के भाजी जाइदा। नहीं हाले मेरे को टाइम नहीं, हाले मेरे को समा नहीं, कई बहानेबाजियां सानू याद आ जांदियां। कारण यह कर्मां विच दात प्राप्त हो नहीं रही है। महाराज कहन लगे बचन यह विख विच अमृत प्रगटिया कर्म पियावन हार, जे चंगे कर्म होण ते कर्मा करके नाम अमृत पीता जाता है, कर्मा करके पंजां प्यारियां दे कोलों अमृत छकिया जाता है। ये तां दातां प्राप्त हुंदियां हन। नानक सच सलाहिए धन सवारन हार। सच्चे परमात्मा दी भाई सलाहता करिए, अकाल पुरख की वडियाई करिए जिहड़ा सारियां नूं सवारन हार है, सारियां नूं बनाउण वाला है। उहदी सिफत में जुड़िए प्राप्तियां तां हुंदियां जे अपनी सियाणप चतुराई नूं अगे रखीए तो प्राप्ति कुछ नहीं हुंदी है। प्राप्ति उन्हां नूं होई है जिन्हां ने परमात्मा दे नाम बाणी नूं जपिया है। धन धन सतगुरु गुरु रामदास पातशाह महाराज सोढी सुल्तान तख्त ते बैठे हुए। महाराज जियां दे घर विच 3 पुत्र पैदा हुए, बाबा पृथ्वी चंद, बाबा महादेव जी, धन गुरु अर्जन देव पातशाह। सारियां तो छोटे अपने दोनों भरावां तो ते कहन लगे समा बतीत हुंदा गया। वड्डे पुत्र दे मन विच बहुती लालसा गुरता गद्दी दी कि मैं वड्डा, मैं सियाणा, मैनूं सारा कुछ देना लैना वरतना वरताउणा आउंदा, संसार दीयां सारियां हुशियारियां चलाकियां दा पेच मैं जानदा, ये गुरता गद्दी मैनूं मिले तां गल बनदी है। कहन लगे गुरमुखो एक वेले समा ही इहो जिहा आ गया। धन गुरु रामदास महाराज साहब जियां दे वड्डे भरा दा नाम सहारी मल है, लाहौर तो चल के आए। आख्या गुरु रामदास पातशाह जी मैं अपने घर दे विच पुत्र दा विआह रखिया होया, आप जी कृपा करके चरण पाओ। धन गुरु रामदास महाराज साहब जी कहन लगे नहीं असी विआह में शामिल नहीं हो सकते, संगतां इत्थे मिलण आउंदियां सानू दरबार साहब हरमंदर साहब अमृतसर की धरती ते असी जावांगे, संगतां वास्ते औंकड़ खड़ी हो जाएगी, असी इत्थे रहना ही ठीक समझते हैं। पर तुहाडा बचन मन के असी अपने पुत्र नूं नाल भेज दिंदे, वो विआह कारजां नूं जाके देख लैणगे। कहन लगे उस वेले बाबा सहारी मल ने आख्या ठीक है महाराज जिवें आप जी कहंदे हो। धन गुरु रामदास पातशाह ने अपने वड्डे पुत्र बाबा पृथ्वी चंद नूं बुला के आख्या जाओ इन्हां दे नाल विआह दा कारज जाके देखो, सारे कारजां विच शामिल होवो। उस वेले पृथ्वी चंद कहन लगे नहीं महाराज मैं नहीं जा सकदा। क्यों नहीं जा सकदा? संगत नूं सामना, प्रशादे भोजन का इंतजाम करना, सो संगतां नूं खर्चा देना लेना जो भी है ना, ये प्रबंध सारा मेरे हथ है, मैं चला गया किवें चलेगा। महाराज कहन लगे पुत्र गुरु घर दे काम कदे खड़दे नहीं, ये तो चलते रहंदे ने, इत्थे सब कुछ अपने आप हो जाना, तुसीं बचन मनो। कहन लगा नहीं नहीं महाराज मेरे बिना काम नहीं चलना, है तुहानूं भुलेखा है, मैं नहीं जा सकदा। सतगुरां वेख लिया बचन मनण नूं तैयार नहीं है। दूसरे पुत्र नूं बुलाया, उन्हें आके ये जवाब दिता महाराज ना मैं किसी के विआह विच शामिल होवां ते ना मैं अपना विआह करावां। जे मैं अपना नहीं कराउणा तो मैं किसी के विआह विच क्यों जावां? जदों मैं अपने समागम ते किसी नूं नहीं सदना, मैं किसी दे क्यों जावां? मैनूं भी जाण दी लोड़ नहीं है। सारियां तो छोटे पुत्र साहिब गुरु अर्जन देव महाराज साहब जी नूं बुलाया। जदों महाराज जियां ने बचन आखे कि जाओ अपने ताया जी दे नाल, उस वेले 7 बचन कह के हाँ कीती। एक वारी ये ना नहीं कीती है कि मैं नहीं जाना जां मैं छोटा हाँ, मैनूं हजे दुनियादारी दा काम कार दा पता नहीं। हुक्म मन्निया होए परवान, इत्थे हुक्म मनन वाला परवान। कहन लगे ठीक पिता जी जान वास्ते तैयार हाँ। जदों इन्नी गल कह के तुरन लगे, धन गुरु रामदास पातशाह ने फिर परख पा के आख्या, कहन लगे पुत्र जिन्ना चिर बुलाइए ना उन्ना चिर वापस भी नहीं आना, लाहौर विच बैठे रहो, संगतां नूं उपदेश देंदे रहो। ये बचन सुन के करके उस वेले सतगुरु जी अपने घर विच आए। माता भानी जी बड़े खुश होए, कहन लगे पूता माता की आसीस, निमख न बिसरो तुमको हर हर, सदा भजो जगदीश। ये उन्होंने असीस वाले बचन दिते। धन गुरु रामदास महाराज ने गुरबाणी में लिखे। इस तरह महाराज अपने माता ते पिता की असीस लैके
ਅਸੀਸਾਂ ਬੜੀਆਂ ਜ਼ਰੂਰੀ ਨੇ, ਲੈਣੀਆਂ ਚਾਹੀਦੀਆਂ ਆਪਣੇ ਵੱਡਿਆਂ ਦੀਆਂ। ਮਹਾਰਾਜ ਨੇ ਤਾਂ ਹੀ ਆਖਿਆ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਇਹ ਹੈ ਅਸੀਸ। ਚੱਲ ਪਏ ਲਾਹੌਰ ਜਾ ਕੇ ਵਿਆਹ ਦਾ ਕਾਜ ਸਾਰਾ ਨਿਬੇੜ ਕੇ ਧਰਮਸ਼ਾਲਾ ਵਿੱਚ ਆ ਕੇ ਬੈਠੇ, ਰੋਜ਼ ਡੀਕਦੇ ਕਦੋਂ ਸੁਨੇਹਾ ਮਿਲੇ, ਕਦੋਂ ਅਸੀਂ ਅੰਮ੍ਰਿਤਸਰ ਚੱਲੀਏ। ਕਰਦਿਆਂ ਕਰਦਿਆਂ ਲੰਮਾ ਸਮਾਂ ਲੰਘ ਗਿਆ, ਨਹੀਂ ਬੁਲਾਇਆ ਗਿਆ। ਫਿਰ ਉੱਥੋਂ ਚਿੱਠੀਆਂ ਲਿਖਣ ਲੱਗ ਪਏ। ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸਾਤ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਪਹਿਲੀ ਚਿੱਠੀ ਭੇਜੀ ਹੈ, ਇਹ ਬਾਬਾ ਪ੍ਰਿਥੀ ਚੰਦ ਨੇ ਰਸਤੇ ਵਿੱਚੋਂ ਫੜ ਲਈ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਜਾਣ ਨਹੀਂ ਦਿੱਤੀ ਹੈ। ਦੂਜੀ ਚਿੱਠੀ ਫਿਰ ਲਿਖੀ ਹੈ। ਦੂਜੀ ਚਿੱਠੀ ਜਦੋਂ ਲਿਖੀ ਸਿੱਖ ਨੂੰ ਭੇਜਿਆ, ਤੇ ਉਹ ਦੂਜੀ ਚਿੱਠੀ ਵੀ ਬਾਬਾ ਪ੍ਰਿਥੀ ਚੰਦ ਨੇ ਫੜ ਲਈ, ਨਾ ਨਹੀਂ ਜਾਣ ਦਿੱਤੀ ਮਹਾਰਾਜ ਜੀਆਂ ਦੇ ਕੋਲ। ਫਿਰ ਤੀਜੀ ਚਿੱਠੀ ਜਦੋਂ ਮਹਾਰਾਜ ਨੇ ਲਿਖੀ ਨਾ, ਇਹ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਬਚਨ ਲਿਖ ਕੇ ਸਿੱਖ ਨੂੰ ਆਖਿਆ, ਸਾਡੇ ਪਿਤਾ ਜੀ ਜਦੋਂ ਸਿੰਘਾਸਣ ਤੇ ਬੈਠੇ ਹੋਣ, ਸੰਗਤ ਵਿੱਚ ਦਰਬਾਰ ਸਜਿਆ ਹੋਵੇ, ਉਦੋਂ ਜਾ ਕੇ ਚਿੱਠੀ ਉਹਨਾਂ ਦੇ ਹੱਥ ਵਿੱਚ ਦੇਣੀ ਹੈ। ਇਸੇ ਤਰ੍ਹਾਂ ਸਿੱਖ ਨੇ ਲਿਆ ਕੇ ਚਿੱਠੀ ਮਹਾਰਾਜ ਜੀਆਂ ਨੂੰ ਫੜਾਈ। ਆਪਣੇ ਪੁੱਤਰ ਦੀ ਐਸੀ ਮਹਿਮਾ ਵੇਖ ਕੇ, ਐਸੀ ਸੋਹਣੀ ਗੁਰਬਾਣੀ ਰਚੀ ਹੈ, ਸਾਡੇ ਨਾਲ ਇੰਨਾ ਪਿਆਰ ਕਰਦੇ, ਸਾਡਾ ਬਚਨ ਮੰਨਿਆ ਭਾਵਨਾ ਵੇਖ ਕੇ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਵਰਗੇ ਗੁਰੂ ਕਿਆਂ ਸਿੱਖਾਂ ਨੂੰ ਭੇਜ ਕੇ ਆਖਿਆ, ਬੜੇ ਸ਼ਾਨ ਦੇ ਨਾਲ, ਬੜੇ ਸਨਮਾਨ ਦੇ ਨਾਲ ਉਹਨਾਂ ਨੂੰ ਲੈ ਕੇ ਸਾਡੇ ਕੋਲ ਆਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲਾਹੌਰ ਤੋਂ ਲਿਆਂਦਾ ਗਿਆ। ਜਦੋਂ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਪੁੱਤਰ ਨੂੰ ਐਸੀ ਆਗਿਆ ਮੰਨ ਕੇ, ਹੁਕਮ ਵਿੱਚ ਰਹਿੰਦਿਆਂ ਜਾਣ ਕੇ, ਉਸੇ ਵੇਲੇ ਗੁਰਮੁਖੋ ਗੁਰਤਾ ਗੱਦੀ ਤੇ ਬਿਠਾਇਆ। ਆਉਂਦਿਆਂ ਹੀ 5 ਪੈਸੇ ਨਾਰੀਅਲ ਰੱਖ ਕੇ ਆ ਮੱਥਾ ਟੇਕਿਆ। ਸੰਗਤ ਨੂੰ ਹੁਕਮ ਕੀਤਾ, ਭਾਈ ਇਹਨਾਂ ਨੇ ਬਚਨ ਮੰਨਿਆ, ਕਮਾਈ ਕੀਤੀ ਹੈ, ਇਹਨਾਂ ਨੂੰ ਨਮਸਕਾਰ ਕਰੋ। ਸਾਰੀ ਸੰਗਤ ਨੇ ਉਸ ਵੇਲੇ ਨਮਸਕਾਰ ਕੀਤੀ ਹੈ। ਫਿਰ ਮਹਾਰਾਜ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ, ਪੁੱਤਰ ਗੁਰਬਾਣੀ ਦੀਆਂ 3 ਪੌੜੀਆਂ ਆਪ ਜੀ ਨੇ ਬਖਸ਼ਿਸ਼ ਕੀਤੀਆਂ, ਪਰ ਸ਼ਬਦ ਵੀ ਸੰਪੂਰਨ ਕਰੋ। ਔਰ ਗੁਰੂ ਘਰ ਦੀ ਮਰਿਆਦਾ ਵੀ ਇਹ ਹੈ ਕਿ ਜਦੋਂ ਗੁਰਤਾ ਗੱਦੀ ਤੇ ਬੈਠੀਏ ਉਸ ਵੇਲੇ ਸ਼ਬਦ ਜਿਹੜੇ ਪ੍ਰਵਾਨ ਹੁੰਦੇ। ਇਹ 3 ਪੌੜੀਆਂ ਆਪ ਜੀ ਨੇ ਗੁਰਤਾ ਗੱਦੀ ਬੈਠਣ ਤੋਂ ਪਹਿਲਾਂ ਰਚੀਆਂ। ਚੌਥੀ ਪੌੜੀ ਆਪ ਜੀ ਰਚ ਕੇ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਹੋ, ਸ਼ਬਦ ਨੂੰ ਵੀ ਆਪ ਜੀ ਸੰਪੂਰਨ ਕਰ ਦੇਵੋ। ਤੇ ਮਹਾਰਾਜ ਨੇ ਬਚਨ ਲਿਖਿਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਇਹ ਬਚਨ ਲਿਖ ਕੇ ਉਸ ਵੇਲੇ ਸਤਿਗੁਰਾਂ ਨੇ ਨਾਲੇ ਸ਼ਬਦ ਦੀਆਂ 4 ਪੌੜੀਆਂ ਸੰਪੂਰਨ ਕੀਤੀਆਂ, ਗੁਰਤਾ ਗੱਦੀ ਦੀ ਸ਼ੋਭਾ ਨੂੰ ਪ੍ਰਾਪਤ ਹੋਏ। ਇਹ ਗੁਰਮੁਖੋ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਅੱਜ ਦੇ ਦਿਹਾੜੇ, ਅੱਜ ਦੇ ਦਿਨ ਇਹ ਜੋ ਗੁਰਤਾ ਗੱਦੀ ਦੀ ਦਾਤ ਹੈ ਉਹ ਪ੍ਰਾਪਤ ਹੋਈ। ਇਹ ਅੱਜ ਦਾ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋ ਰਿਹਾ। ਤਾਂ ਇਹ ਆਪਾਂ ਜਿਹੜਾ ਇਤਿਹਾਸ ਹੈ ਮਹਾਰਾਜ ਜੀਆਂ ਦਾ ਸਰਵਣ ਕੀਤਾ ਹੈ, ਇਤਿਹਾਸ ਬੜਾ ਲੰਬੇਰਾ ਹੈ। ਆਪਾਂ ਥੋੜ੍ਹੇ ਸ਼ਬਦਾਂ ਵਿੱਚ ਇਹ ਮਹਾਰਾਜ ਜੀਆਂ ਦੇ ਇਤਿਹਾਸ ਉੱਪਰ ਚਾਨਣਾ ਪਾਇਆ। ਮਹਾਰਾਜ ਕਹਿਣ ਲੱਗੇ, ਭਾਈ ਨਾਨਕ ਸੱਚ ਸਲਾਹੀਐ ਧਨ ਸਵਾਰਨਹਾਰ। ਉਹਦੀ ਸਲਾਹਤਾ ਵੀ ਤਾਂ ਹੁੰਦੀ ਹੈ ਜੋ ਗੁਰੂ ਕਿਰਪਾ ਕਰੇ। ਜਿਨ੍ਹਾਂ ਨੇ ਉਸ ਦੀ ਸਿਫਤ ਕੀਤੀ ਹੈ ਉਹ ਸਵਾਰੇ ਗਏ ਦੁਨੀਆ ਵਿੱਚ। ਬਾਬਾ ਪ੍ਰਿਥੀ ਚੰਦ ਜੀ ਮਾਂ ਦੇ ਵਰਗੇ ਪਿੱਛੇ ਰਹਿ ਗਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਵਾਰੇ ਗਏ, ਸ਼ਿੰਗਾਰੇ ਗਏ, ਦਾਤਾਂ ਨੂੰ ਪ੍ਰਾਪਤ ਹੋਏ। ਐਸੀਆਂ ਦਾਤਾਂ ਮਿਲਦੀਆਂ ਹਨ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ। ਜਿਨ੍ਹਾਂ ਦੇ ਅੰਦਰ ਝੂਠ ਵਰਤਦਾ ਨਾ, ਜਾਂ ਝੂਠੇ ਪਦਾਰਥਾਂ ਦੀ ਇੱਛਾ, ਜਾਂ ਜਿਹੜੇ ਹਰ ਵੇਲੇ ਝੂਠ ਬੋਲਦੇ, ਸੱਚ ਨਾ ਭਾਵਈ, ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸੱਚਾ ਬਚਨ ਬੋਲੋਗੇ ਨਾ, ਨਹੀਂ ਚੰਗਾ। ਨਾ ਸੱਚਾ ਬਚਨ, ਨਾ ਗੁਰੂ ਦਾ ਨਾਮ, ਇਹ ਦੋਵੇਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਕਿਉਂਕਿ ਨਾਮ ਵੀ ਤੇ ਸੱਚਾ ਨਾ, ਆਦ ਸੱਚ ਜੁਗਾਦ ਸੱਚ। ਨਾਮ ਉਹਨਾਂ ਨੂੰ ਨਹੀਂ ਸੱਚਾ ਲੱਗਦਾ, ਅਤੇ ਇਸੇ ਤਰ੍ਹਾਂ ਗੁਰਮੁਖੋ ਨਾ ਉਹਨਾਂ ਨੂੰ ਸੱਚਾ ਬਚਨ ਚੰਗਾ ਲੱਗਦਾ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਗੁਰਮੁਖ ਸੱਚਾ ਬਚਨ ਕਹਿ ਦੇਵੇ ਨਾ, ਕਿਉਂਕਿ ਗੁਰਮੁਖਾਂ ਦਾ ਸੁਭਾਅ ਹੁੰਦਾ ਮੂੰਹ ਤੇ ਗੱਲ ਕਰਨੀ। ਜੇ ਕੋਈ ਗੁਰਮੁਖ ਸੱਚਾ ਬਚਨ ਕਹਿ ਦੇਵੇ ਤੇ ਕੂੜਾ ਜਲ ਜਾਵੇ, ਝੂਠਾ ਬੰਦੇ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ, ਉਹ ਸੜਬਲ ਜਾਂਦਾ ਹੈ। ਬੜਾ ਦੁਖੀ ਹੁੰਦਾ ਵੀ ਇਹ ਬਚਨ ਮੈਨੂੰ ਕਿਉਂ ਕਹਿ ਦਿੱਤਾ ਹੈ। ਇਸ ਤਰ੍ਹਾਂ ਕੂੜੇ ਬੰਦੇ ਨੂੰ ਐਸਾ ਦੁੱਖ ਲੱਗਦਾ ਹੈ। ਕੁੜਿਆਰੀ ਰੱਜਾ ਕੂੜ ਜੋ ਵਿਸ਼ਟਾ ਕਾਗ ਖਾਵਈ। ਮਹਾਰਾਜ ਕਹਿਣ ਲੱਗੇ, ਕੁੜਿਆਰੀ ਜਿਹੜਾ ਝੂਠਾ ਆਦਮੀ ਹੈ ਨਾ, ਉਹ ਰੱਜਿਆ ਕੂੜ, ਉਹ ਝੂਠ ਨੂੰ ਬੋਲ ਕੇ ਉਹਨੂੰ ਰੱਜ ਮਿਲਦਾ। ਜਿੰਨਾ ਚਿਰ ਉਹ ਝੂਠ ਬੋਲ ਨਾ ਰਵੇ ਨਾ, ਉਹਨਾਂ ਚਿਰ ਉਹਦੇ ਪੇਟ ਦੇ ਵਿੱਚ ਗੜਗੜ ਹੁੰਦੀ ਰਹਿੰਦੀ। ਜਦੋਂ ਚਿਰ ਝੂਠ ਨਹੀਂ ਨਾ ਬੋਲ ਲੈਂਦਾ,
ਉਹਨਾਂ ਚਿਰ ਉਹਨੂੰ ਰੱਜ ਨਹੀਂ ਆਉਂਦਾ ਹੈ। ਕੁੜਿਆਰੀ ਰੱਜਿਆ ਝੂਠ, ਝੂਠਾ ਪੁਰਸ਼ ਜਿੰਨਾ ਚਿਰ ਝੂਠ ਨਾ ਬੋਲ ਲਵੇ ਉਹਨਾਂ ਚਿਰ ਉਸ ਨੂੰ ਰੱਜ ਨਹੀਂ ਆਉਂਦਾ। ਕਿਵੇਂ ਰੱਜ ਨਹੀਂ ਆਉਂਦਾ? ਜਿਉਂ ਵਿਸ਼ਟਾ ਕਾਗ ਖਾਵੇ, ਜਿੰਨਾ ਚਿਰ ਕਾਂ ਗੰਦਗੀ ਵਿੱਚ ਆਪਣੀ ਚੁੰਝ ਨਾ ਮਾਰੇ ਉਹਨਾਂ ਚਿਰ ਕਾਂ ਨੂੰ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਹੀ ਲੱਗਦਾ ਰਹਿੰਦਾ ਮੈਂ ਭੁੱਖਾ ਹਾਂ, ਭਾਵੇਂ ਉਹ ਕਿੰਨਾ ਵੀ ਰੋਟੀ ਟੋਕ ਖਾ ਕੇ ਖਾਇਆ ਹੋਵੇ, ਪਰ ਫਿਰ ਵੀ ਕਾਂ ਦਾ ਸੁਭਾਅ ਹੈ ਗੰਦਗੀ ਵਿੱਚ ਚੁੰਝ ਮਾਰਨੀ। ਜਿੰਨਾ ਚਿਰ ਗੰਦਗੀ ਵਿੱਚ ਚੁੰਝ ਮਾਰ ਕੇ ਗੰਦਗੀ ਨੂੰ ਫਰੋਲ ਨਹੀਂ ਲੈਂਦਾ ਉਹਨਾਂ ਚਿਰ ਉਹ ਕਾਂ ਟਿੱਕੇ ਨਹੀਂ ਬਹਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਝੂਠਾ ਪੁਰਸ਼ ਵੀ ਭਾਈ ਕਾਂ ਵਰਗਾ ਹੀ ਹੈ। ਜਿੰਨਾ ਚਿਰ ਆਪਣੇ ਜ਼ੁਬਾਨ ਦੇ ਨਾਲ ਉਹ ਝੂਠ ਨਹੀਂ ਨਾ ਬੋਲ ਲੈਂਦਾ, ਗੰਦ ਖਾ ਨਹੀਂ ਲੈਂਦਾ ਝੂਠ ਬੋਲ ਕੇ, ਉਹਨਾਂ ਚਿਰ ਉਸ ਨੂੰ ਟਿਕਾ ਨਹੀਂ ਹੈ। ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ। ਜਿਨ੍ਹਾਂ ਤੇ ਗੁਰੂ ਕਿਰਪਾ ਕਿਰਪਾਲੂ ਕਰਦੇ ਹਨ ਉਹ ਗੁਰਮੁਖ ਨਾਮ ਤੇ ਆਉਂਦੇ ਹਨ। ਹਰ ਗੁਰਮੁਖ ਨਾਮ ਰਾਧ ਕੂੜ ਪਾਪ ਲਹਿ ਜਾਵਈ। ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਨਾ ਭਾਈ ਉਹਨਾਂ ਦੇ ਕੂੜ ਝੂਠ ਸਾਰੇ ਮੁੱਕ ਗਏ, ਉਹਨਾਂ ਦੇ ਪਾਪ ਸਾਰੇ ਲਹਿ ਗਏ, ਕਿਉਂਕਿ ਨਾਮ ਐਸਾ ਹੈ ਜਿਨ੍ਹਾਂ ਨੇ ਜਪਿਆ ਉਹਨਾਂ ਗੁਰਮੁਖਾਂ ਦੇ ਝੂਠ ਵੀ ਦੂਰ ਹੋ ਗਏ, ਝੂਠ ਵੀ ਉਹਨਾਂ ਦੇ ਮੁੱਕ ਗਏ ਅਤੇ ਪਾਪ ਵੀ ਸਾਰੇ ਨਾਮ ਜਪ ਕੇ ਉਹਨਾਂ ਦੇ ਖਤਮ ਹੋ ਜਾਂਦੇ। ਐਸੀਆਂ ਦਾਤਾਂ ਜਿਹੜੀਆਂ ਉਹ ਨਾਮ ਦੇ ਵਿੱਚੋਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ।